कपिल के आने से पहले कॉमेडी इंडस्ट्री नहीं थी, आजकल कॉमेडी भी एक इंडस्ट्री है। और कपिल, सुनील पॉल, एहसान भाई, ये सब लोग इन्होंने इंडस्ट्री क्रिएट की है नई। पहली बार से पंजाब से हो रहा है, कभी भी नहीं ये हो रहा है। फर्स्ट टाइम पंजाब से थोड़ा देखता लैंड याद है मेरी डेस्टिनेशन एवरीथिंग विच इज सोल्ड ये सर इन्हों ने बच्चों की स्टोरी है कि सही है। और ये बिल्कुल लोकल माना बनाते हैं सर, हाथ ना ये सब तो एक्सपेंसिव। कपिल जी दिस कॉस्ट अबाउट 30,000, इट्स अ वेरी एक्सपेंसिव पीस। एक ही धागा अबाउट ऑल कलर्स और आके आइयो जी खाते हो सर ठीक है चलो चलो नहीं यार कल मैं थोड़ा सा बच्चे ने साइड देखा प्लीज। ਕਿਹੜੇ ਵਾਲਾ ਮੈਨੂੰ ਦੱਸੋ बस ठीक है चमरोड के मेरे जैसा चमरोड के नहीं मेरा पुराना बेटा था यार सर सीधा जी तुझा मला चेक करून नाही तो यार एक मिनिट खातो स्पेन गवर्नमेंट सर इंटरेस्ट तो आहे सर एक सेल्फी अच्छी का मोहित आगे बाकी भी चल जगह देंगे अभी प्लीज उसी से यार थोड़ा आही जाए मिल गई वाइड ले लो नहीं है क्या कितना जा रहा है नहीं जा रहा देखो हिलाओ मत बहुत हिला नहीं के बनाओ सोचा बाइट कोई नहीं होनी ठीक है तरीके से चाहिए। बहुत बहुत शुक्रिया, बहुत बहुत धन्यवाद। ਅੱਜ ਦੇ ਇਸ ਟੂਰਿਜ਼ਮ ਸਮਿਟ ਤੇ ਦੇਸ਼ ਦੇ ਕੋਨੇ-ਕੋਨੇ ਤੋਂ ਤੇ ਸੱਤ ਸਮੁੰਦਰੋਂ ਪਾਰ ਬਹੁਤ ਸਾਰੇ ਸਾਡੇ ਮਹਿਮਾਨ, ਨਾਮਵਰ ਮਹਿਮਾਨ ਪਹੁੰਚੇ ਨੇ ਆਪਣੇ ਆਪਣੇ ਫੀਲਡ ਦੇ। ਮੈਂ ਸਾਰਿਆਂ ਦਾ ਪੰਜਾਬ ਦੀ ਧਰਤੀ ਤੇ ਪਹੁੰਚਣ ਤੇ ਤਹਿ ਦਿਲੋਂ ਸਵਾਗਤ ਕਰਦਾ। ਤੁਸੀਂ ਘਰ ਸਾਡੇ ਆਏ, ਅਸੀਂ ਫੁੱਲੇ ਨਾ ਸਮਾਏ।
ਤੇ ਸਾਡੇ ਸਾਰਿਆਂ ਵੱਲੋਂ ਜੀ ਆਇਆਂ ਨੂੰ, ਸਾਡੇ ਘਰ ਤਸ਼ਰੀਫ ਲਿਆਇਆਂ ਨੂੰ ਸਾਡੇ ਸਾਰਿਆਂ ਵੱਲੋਂ ਜੀ ਆਇਆਂ ਨੂੰ। ਔਰ ਸੰਯੋਗ ਹੈ ਕਿ ਇਹ ਲਾਈਨਾਂ ਲਿਖਣ ਵਾਲੇ ਜਿਹੜੇ ਰਾਈਟਰ ਨੇ ਉਹ ਵੀ ਮੌਜੂਦ ਨੇ। ਬਾਬੂ ਸਿੰਘ ਮਾਨ ਸਾਹਮਣੇ ਬੈਠੇ ਨੇ, ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ ਦੀ ਬਹੁਤ ਵੱਡੇ ਵੱਡੇ ਹਿੱਟ ਸੌਂਗ ਪੇਂਡੂ ਕਲਚਰ ਨਾਲ ਰਿਲੇਟਡ, ਸਾਡੇ ਹਿਸਟਰੀ ਨਾਲ ਰਿਲੇਟਡ, ਸੂਰਮਿਆਂ ਨਾਲ ਰਿਲੇਟਡ ਲਿਖੇ। ਸੋ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਸਤਿ ਸ਼੍ਰੀ ਅਕਾਲ, ਨਮਸਕਾਰ। ਵੱਖਰੇ ਕਿਸਮ ਦਾ ਪ੍ਰੋਗਰਾਮ ਹੈ, ਕੋਈ पॉलिटिकल रैली नहीं, ये कोई शक्ति प्रदर्शन नहीं, ये किसी किस्म से भी इलेक्शन से रिलेटेड नहीं, ये पंजाब के दिल से रिलेटेड है, ये पंजाब की मिट्टी से रिलेटेड फंक्शन है। मेरी पूरी कैबिनेट दे साथी बैठे ने, MLA साहबान बैठे ने। ਇਹ ਸਾਡਾ ਪਹਿਲੇ ਦਿਨੋਂ ਜਦੋਂ ਤੋਂ ਓਥ ਸੈਰੇਮਨੀ ਹੋਈ ਤਾਂ ਸਾਡਾ ਪਹਿਲੇ ਦਿਨੋਂ ਇਹ ਸੁਪਨਾ ਸੀ ਕਿ ਅਸੀਂ ਪੰਜਾਬ ਨੂੰ ਜੋ ਹਜੇ ਤੱਕ ਲੋਕਾਂ ਨੇ ਪੰਜਾਬ ਦਾ ਪੱਖ ਦੇਖਿਆ ਹੀ ਨਹੀਂ ਉਹ ਦਿਖਾਉਣਾ ਹੈ। ਪੰਜਾਬ ਬਾਰੇ ਬਹੁਤ ਕੁਝ ਜਾਣਿਆ ਜਾਂਦਾ ਹੈ, ਕਈ ਵਾਰੀ ਨੈਗੇਟਿਵ ਗੱਲਾਂ ਵੀ ਪੰਜਾਬ ਬਾਰੇ ਬਹੁਤ ਫੈਲਦੀਆਂ ਨੇ, ਪਰ ਜੋ ਕੁਦਰਤ ਨੇ ਪੰਜਾਬ ਨੂੰ ਦਿੱਤਾ ਹੋਇਆ ਉਹ ਹਜੇ ਤੱਕ ਅਸੀਂ ਦਿਖਾ ਨਹੀਂ ਸਕੇ। ਕਿਤੇ ਨਾ ਕਿਤੇ ਅਣਗੌਲੀਆਂ ਉਹ ਰਹਿ ਗਈਆਂ, ਕਿਤੇ ਸਰਕਾਰਾਂ ਤੋਂ ਲਾਪਰਵਾਹੀਆਂ ਰਹਿ ਗਈਆਂ। ਸੋ ਅਸੀਂ ਇਹ ਫਿਰ ਟੂਰਿਜ਼ਮ ਡਿਪਾਰਟਮੈਂਟ ਨਾਲ ਗੱਲ ਕਰਕੇ ਅਫਸਰਾਂ ਨਾਲ ਇਹ ਫੈਸਲਾ ਕੀਤਾ ਕਿ ਆਪਾਂ ਪੰਜਾਬ ਨੂੰ, ਪੰਜਾਬ ਦੇ ਟੂਰਿਜ਼ਮ ਨੂੰ ਉਸ ਲੈਵਲ ਤੇ ਲੈ ਜਾਣਾ ਹੈ ਜਿੱਥੇ ਇਸ ਤੋਂ ਪਹਿਲਾਂ ਕਦੇ ਨਹੀਂ ਪਹੁੰਚਿਆ ਸੀ। ਕਿਉਂਕਿ ਜਿਓਗ੍ਰਾਫਿਕਲੀ ਵੀ ਪੰਜਾਬ ਜਿਹੜਾ ਹੈ ਉਹ ਟੂਰਿਜ਼ਮ ਵਾਸਤੇ ਸਭ ਤੋਂ ਫਿੱਟ ਪਲੇਸ ਹੈ। ਕਿਉਂਕਿ ਮਨਾਲੀ ਜਾਣਾ ਹੈ ਤਾਂ ਪੰਜਾਬ ਵਿੱਚ ਹੀ ਜਾਣਾ ਹੈ, ਕੁੱਲੂ ਜਾਣਾ ਹੈ ਪੰਜਾਬ ਵਿੱਚ ਹੀ ਜਾਣਾ ਹੈ, ਮੰਡੀ, ਕਾਂਗੜਾ, ਸ਼ਿਮਲਾ, ਕਿਤੇ ਨਾ ਕਿਤੇ ਪੰਜਾਬ ਦੀ ਧਰਤੀ ਨਾਲ ਟੱਚ। ਜੇ ਕਿਤੇ ਧਾਰਮਿਕ ਟੂਰਿਜ਼ਮ ਪੱਖੋਂ ਗੱਲ ਕਰੀਏ, ਚਾਹੇ ਬਗਲਾਮੁਖੀ ਜਾਣਾ ਹੈ, ਚਾਹੇ ਚਿੰਤਪੁਰਨੀ ਮਾਤਾ ਤੇ ਜਾਣਾ, ਮਨੀਕਰਨ ਸਾਹਿਬ ਜਾਣਾ, ਨੈਣਾ ਦੇਵੀ ਜਾਣਾ, ਤਾਂ ਪੰਜਾਬ ਦੇ ਵਿੱਚੋਂ ਰਸਤਾ ਜਾਂਦਾ ਹੈ। ਪੰਜਾਬ ਆਪਣੇ ਆਪ 'ਚ, ਜਿਸ ਤਰ੍ਹਾਂ ਪਹਿਲਾਂ ਜ਼ਿਕਰ ਕੀਤਾ ਗਿਆ ਕਿ ਰਿਲੀਜੀਅਸ ਟੂਰਿਜ਼ਮ ਪੱਖੋਂ ਪੰਜਾਬ ਦਾ ਕੋਈ ਦੇਸ਼ ਦੇ ਵਿੱਚ ਸਾਨੀ ਨਹੀਂ। 1 ਲੱਖ ਡੇਲੀ ਦੀ ਫੁੱਟਫਾਲ ਹੈ ਇਕੱਲੇ ਅੰਮ੍ਰਿਤਸਰ ਸਾਹਿਬ ਦੀ। 1 ਲੱਖ ਬੰਦਾ ਨਤਮਸਤਕ ਹੋਣ ਆਉਂਦਾ। ਸੋ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਟਰੈਵਲ ਵਾਲੇ ਪਾਸਿਓਂ, ਪੰਜਾਬ ਦੇਖਣ ਵਾਲੇ ਪਾਸਿਓਂ, ਟੂਰਿਜ਼ਮ ਵਾਲੇ ਪਾਸਿਓਂ ਲੋਕਾਂ ਨੂੰ ਦਿਖਾਈਏ ਕਿ ਸਾਡੇ ਕੋਲੇ ਕੁਦਰਤ ਨੇ ਕੀ ਕੀ ਦਿੱਤਾ। ਆਮ ਤੌਰ ਤੇ ਫਿਲਮਾਂ ਦੇ ਵਿੱਚ ਤੁਸੀਂ ਸਰੋਂ ਦੇ ਖੇਤ ਜਾਂ ਹਰੇ ਭਰੇ ਖੇਤ ਤੁਸੀਂ ਦੇਖ ਲੈਂਦੇ ਹੋ, ਪਰ ਨਹੀਂ, ਉਹ ਤੋਂ ਬਿਨਾਂ ਵੀ ਬਹੁਤ ਕੁਝ ਹੈ ਜੋ ਤੁਹਾਨੂੰ PDF ਫਾਈਲ ਦੇ ਵਿੱਚ ਟੂਰਿਜ਼ਮ ਤੁਹਾਡੇ ਕੋਲੇ ਪਹੁੰਚ ਗਿਆ ਹੋਊਗਾ। ਮੈਂ ਕਿੱਥੋਂ ਸ਼ੁਰੂ ਕਰਾਂ, ਮੈਨੂੰ ਸਿਰਾ ਨਹੀਂ ਲੱਭਦਾ, ਕਿਉਂਕਿ ਪੰਜਾਬ ਉਹ ਧਰਤੀ ਹੈ ਜਿੱਥੇ ਹਰ ਪਿੰਡ ਦੇ ਵਿੱਚ 12,600 ਦੇ ਕਰੀਬ ਪਿੰਡ ਨੇ। ਹਰ ਪਿੰਡ ਦੇ ਵਿੱਚ ਉਹ ਕੋਈ ਪਿੰਡ ਇਹੋ ਜਿਹਾ ਨਹੀਂ ਹੋਊਗਾ ਜਿੱਥੇ ਕਿਸੇ ਸ਼ਹੀਦ ਦਾ ਬੁੱਤ ਨਾ ਹੋਵੇ, ਜਾਂ ਸ਼ਹੀਦ ਦੇ ਨਾਂ ਤੇ ਉਹਦਾ ਗੇਟ ਨਾ ਹੋਵੇ, ਜਾਂ ਸਟੇਡੀਅਮ ਨਾ ਹੋਵੇ, ਜਾਂ ਸਕੂਲ ਨਾ ਹੋਵੇ। ਭਾਵੇਂ ਆਜ਼ਾਦੀ ਤੋਂ ਪਹਿਲਾਂ ਵਾਲੀਆਂ ਸ਼ਹੀਦੀਆਂ, ਭਾਵੇਂ ਆਜ਼ਾਦੀ ਵੇਲੇ ਦੀਆਂ ਸ਼ਹੀਦੀਆਂ, ਭਾਵੇਂ ਆਜ਼ਾਦੀ ਤੋਂ ਬਾਅਦ ਆਜ਼ਾਦੀ ਨੂੰ ਬਚਾ ਕੇ ਰੱਖਣ ਦੀਆਂ ਸ਼ਹੀਦੀਆਂ ਹੋਣ, ਸਾਡਾ ਕੋਈ ਪਿੰਡ ਇਹੋ ਜਿਹਾ ਨਹੀਂ ਹੈਗਾ ਜਿੱਥੇ ਕੋਈ ਸ਼ਹੀਦੀ ਬਲੀਦਾਨ ਨਾ ਦਿੱਤਾ ਗਿਆ ਹੋਵੇ। ਅੰਮ੍ਰਿਤਸਰ ਸਾਹਿਬ ਦੀ ਗੱਲ ਹੁੰਦੀ ਹੈ, ਦੁਰਗਿਆਨਾ ਮੰਦਿਰ, ਰਾਮ ਤੀਰਥ, ਬਾਘਾ ਬਾਰਡਰ, ਵਾਰ ਮਿਊਜ਼ੀਅਮ, ਕਿੰਨਾ ਕੁਛ ਹੈ। ਉਹ ਧਰਤੀ ਜਿੱਥੇ ਸ਼ਹੀਦ ਆਜ਼ਮ ਭਗਤ ਸਿੰਘ ਹੋਰੀ, ਮੈਂ ਇੱਕ ਦਿਨ ਅੰਮ੍ਰਿਤਸਰ ਸਾਹਿਬ ਜਾ ਰਿਹਾ ਸੀ, ਕੋਈ ਫੰਕਸ਼ਨ ਸੀ, ਤਾਂ ਉੱਪਰੋਂ ਹੈਲੀਕਾਪਟਰ ਤੋਂ ਮੈਨੂੰ
ਦੋ ਜਿਹੜੀ ਲਾਹੌਰ ਤੋਂ ਦਿੱਲੀ ਨੂੰ ਰੇਲਵੇ ਲਾਈਨ ਜਾਂਦੀ ਹੈ ਉਹ ਦੇਖੀ ਤਾਂ ਮੈਂ ਸੋਚਿਆ ਕਿ ਇਸ ਰੇਲਵੇ ਲਾਈਨ ਤੋਂ ਪਤਾ ਹੀ ਨਹੀਂ ਕਿੰਨੀ ਵਾਰ ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਸੁਖਦੇਵ ਹੋਰੀ ਇੱਥੋਂ ਲਾਹੌਰ ਤੋਂ ਕਲਕੱਤਾ ਜਾਂਦੇ ਸੀ, ਲਾਹੌਰ ਤੋਂ ਕਾਨਪੁਰ ਜਾਂਦੇ ਸੀ ਜਦੋਂ ਆਜ਼ਾਦੀ ਦੀ ਜੰਗ ਲੜ ਰਹੀ ਸੀ। ਕਿੰਨੀ ਵਾਰੀ ਲੰਘੇ ਹੋਣਗੇ ਇੱਥੋਂ ਦੀ। ਸਾਡਾ ਚੱਪਾ ਚੱਪਾ ਚਰਨ ਛੋਹ ਪ੍ਰਾਪਤ ਹੈ, ਚਾਹੇ ਗੁਰੂਆਂ ਦੀ, ਚਾਹੇ ਫਕੀਰਾਂ ਦੀ, ਚਾਹੇ ਸ਼ਾਇਰਾਂ ਦੀ, ਚਾਹੇ ਸ਼ਹੀਦਾਂ ਦੀ। ਮੇਰੇ ਕੋਲ ਇੰਡਸਟਰੀਲਿਸਟ ਆਉਂਦੇ ਆ ਬਹੁਤ, ਇਨਵੈਸਟ ਕਰਨਾ ਹੈ, ਵੈਰੀ ਗੁੱਡ, ਕਰੋ ਜੀ, ਕੋਈ ਪ੍ਰੋਬਲਮ ਤਾਂ ਨਹੀਂ, ਦਿੱਕਤ ਤਾਂ ਨਹੀਂ ਆਊਗੀ। ਮੈਂ ਉਹਨਾਂ ਨੂੰ ਕਹਿਣਾ ਕਿ ਸਰਕਾਰੀ ਤੌਰ ਤੇ ਤਾਂ ਚਲੋ ਅਸੀਂ ਦਿੱਕਤਾਂ ਦੂਰ ਕਰ ਦਾਂਗੇ, ਸਰਕਾਰੀ ਤੌਰ ਤੇ ਤਾਂ ਕੋਈ ਨਹੀਂ ਆਉਣੀ, ਪਰ ਇੱਕ ਗੱਲ ਮੈਂ ਤੁਹਾਨੂੰ ਕਹਿਣੀ ਚਾਹੁੰਦਾ, ਜਿਹੜੇ ਬੰਦੇ ਨੇ, ਜਿਸ ਤਰ੍ਹਾਂ ਸੁਨੀਲ ਪੌਲ ਨੇ ਗੱਲ ਕਹੀ ਕਿ ਜਿਹੜੇ ਬੰਦੇ ਨੇ ਇੱਕ ਵਾਰੀ ਪੰਜਾਬ ਦੇ ਵਿੱਚ ਕੋਈ ਕੰਮ ਸ਼ੁਰੂ ਕਰ ਲਿਆ, ਇੰਨੀ ਬਰਕਤ ਵਾਲੀ ਧਰਤੀ ਹੈ, ਉਹਨੂੰ ਘਾਟਾ ਨਹੀਂ ਪੈਂਦਾ ਜੀ। ਇੰਨੀ ਬਰਕਤ ਵਾਲੀ ਧਰਤੀ, ਉਹਨੂੰ ਘਾਟਾ ਨਹੀਂ ਪਊਗਾ ਕਦੇ। ਮੈਂ ਪੰਜਾਬੀਆਂ ਬਾਰੇ ਕਹਿਣਾ ਹੁੰਦਾ, ਅਸੀਂ ਗਲੋਬਲ ਸਿਟੀਜ਼ਨ ਆ। ਫਿਜੀ ਤੋਂ ਲੈ ਕੇ ਵੈਸਟ ਕੋਸਟ ਜਿਹੜਾ ਕੈਲੀਫੋਰਨੀਆ ਦਾ, ਉੱਥੇ ਤੱਕ ਚਲੇ ਜਾਓ, ਤੁਹਾਨੂੰ ਪੰਜਾਬੀ ਜ਼ਰੂਰ ਮਿਲੂਗਾ, ਔਰ ਸਕਸੈਸਫੁਲ ਪੰਜਾਬੀ ਮਿਲੂਗਾ। ਪੰਜਾਬੀ ਕਦੇ ਭੀਖ ਮੰਗਦਾ ਨਹੀਂ ਮਿਲੂਗਾ ਤੁਹਾਨੂੰ, ਕਦੇ ਸਕਸੈਸਫੁਲ, ਉਲਟ ਹਾਲਾਤਾਂ 'ਚ ਕੰਮ ਕਰਕੇ ਸਕਸੈਸਫੁਲ। ਇੱਥੋਂ ਗਏ ਸੀ ਜਦੋਂ ਦਿੱਲੀ ਵਾਲੇ 에ਅਰਪੋਰਟ ਤੋਂ, ਜਦੋਂ ਜਹਾਜ਼ ਨੇ ਟਾਇਰ ਤਾਂ ਉੱਪਰ ਚੱਕ ਲਏ, ਰਨਵੇ ਤੋਂ ਉੱਡਿਆ, ਤਾਂ ਜਿਹੜੇ ਉਹਨਾਂ ਦੇ ਜੇਬਾਂ 'ਚ 20 ਰੁਪਏ ਜਾਂ 50 ਰੁਪਏ ਸੀ, ਕਾਗਜ਼ ਬਣ ਜਾਂਦੇ ਸੀ। ਕਿਤੇ ਨਹੀਂ ਬਦਲਾਉਂਦਾ ਸੀ ਉਸ ਵੇਲੇ ਭਾਰਤ ਦੀ ਕਰੰਸੀ ਨੂੰ। ਤੇ ਜਾ ਕੇ ਉੱਥੇ ਮਿਹਨਤਾਂ ਕੀਤੀਆਂ, 18 ਘੰਟੇ ਕੰਮ ਕੀਤਾ। ਮੈਨੂੰ ਫਰਾਂਸ ਦੇ ਵਿੱਚ ਕੁਝ ਬੰਦੇ ਮਿਲੇ, ਜਦੋਂ ਐਜ਼ ਐਨ ਆਰਟਿਸਟ ਮੈਂ ਸ਼ੋਅ ਕਰਨ ਜਾਂਦਾ ਸੀ। ਉਹ ਕਹਿੰਦੇ ਜੀ ਜਦੋਂ ਇੱਥੇ ਆਏ ਸੀ ਤਾਂ ਇੰਨੀ ਜ਼ਿਆਦਾ ਠੰਡ ਸੀ ਕਿ ਪਹਿਲਾਂ ਤਾਂ ਸਾਨੂੰ ਜਿਹੜਾ ਸਟੋਵ ਹੈ ਉਹ ਬਾਲ ਕੇ ਟੂਟੀ ਥੱਲੇ ਕਰਨਾ ਪੈਂਦਾ ਸੀ, ਤਾਂ ਕਿ ਜੰਮਿਆ ਹੋਇਆ ਪਾਣੀ ਜਿਹੜਾ ਹੈ ਉਹ ਪਿਘਲ ਸਕੇ ਤੇ ਚਾਹ ਬਣਾਉਣ ਵਾਸਤੇ ਪਾਣੀ ਦਾ ਗਲਾਸ ਭਰੀਏ। ਤੇ ਅੱਜ ਉਹ ਸਭ ਤੋਂ ਮਹਿੰਗੇ ਬਿਜ਼ਨਸਾਂ ਦੇ ਮਾਲਕ ਨੇ, ਸਭ ਤੋਂ ਮਹਿੰਗੇ ਉਹਨਾਂ ਕੋਲ ਗੱਡੀਆਂ ਨੇ, ਤੇ ਉਹਨਾਂ ਦੇ ਅੰਡਰ 200 250 ਫਰਾਂਸ ਦੇ ਸਿਟੀਜ਼ਨ, ਫਰਾਂਸ ਦੇ ਗੋਰੇ ਕੰਮ ਕਰਦੇ ਆ ਉੱਥੇ ਉਹਨਾਂ ਦੇ ਅੰਦਰ। ਇਹ ਪੰਜਾਬੀ ਹੈ ਜੀ, ਇਹ ਮਿਹਨਤੀ ਕੌਮ ਹੈ, ਹਾਰਡ ਵਰਕਿੰਗ ਕੌਮ। ਜਿੱਥੇ ਜਾਂਦੇ ਆ ਮੁਕਾਮ ਬਣਾ ਲੈਂਦੇ ਆ। ਅੱਜ ਵਰਲਡ ਬੈਂਕ ਦਾ ਜਿਹੜਾ ਹੈਡ ਹੈ ਉਹ ਪੰਜਾਬੀ ਹੈ ਜੀ। ਵਰਲਡ ਬੈਂਕ ਦਾ ਹੈਡ ਜਿਹੜਾ ਉਹ ਪੰਜਾਬੀ ਹੈ। ਸੋ ਅਸੀਂ ਪੂਰੀ ਦੁਨੀਆ ਦੇ ਵੱਡੇ ਵੱਡੇ ਬਿਜ਼ਨਸ, ਵੱਡੇ ਵੱਡੇ ਅਹੁਦਿਆਂ ਤੇ ਤੈਨਾਤ ਹਾਂ, ਕਿਉਂਕਿ ਸਾਡੇ ਕੋਲੇ ਵਿਰਸਾ ਬਹੁਤ ਕੀਮਤੀ ਵਿਰਸਾ ਸਾਡੇ ਕੋਲੇ, ਕੁਰਬਾਨੀਆਂ ਸਾਡੇ ਕੋਲੇ ਪਈਆਂ। ਜੇ ਮੈਂ ਗੱਲ ਕਵਾਂ ਕਰਤਾਰ ਸਿੰਘ ਸਰਾਭਾ ਜੀ, ਕਰਤਾਰ ਸਿੰਘ ਸਰਾਭਾ ਪਿੰਡ ਹੈ ਲੁਧਿਆਣੇ ਤੋਂ 10 ਕਿਲੋਮੀਟਰ ਦੂਰ। 19 ਸਾਲ ਦੀ ਉਮਰ 'ਚ ਤਾਂ ਫਾਂਸੀ ਹੋਈ ਸੀ। ਉਸ ਤੋਂ ਪਹਿਲਾਂ 17 ਸਾਲ ਦੀ ਉਮਰ 'ਚ ਉਸ ਵੇਲੇ ਵਰਕਲੇ ਯੂਨੀਵਰਸਿਟੀ ਕੈਲੀਫੋਰਨੀਆ 'ਚ ਪਾਇਲਟ ਦਾ ਕੋਰਸ ਕਰਨ ਗਏ ਸੀ। ਉੱਥੇ ਫਿਰ ਗਦਰੀ ਬਾਬਿਆਂ ਨਾਲ ਮੀਟਿੰਗ ਹੋਈ, ਦੇਸ਼ ਆਜ਼ਾਦੀ ਦੀ ਜੰਗ 'ਚ ਪੈ ਗਏ। 19 ਸਾਲ ਦੀ ਉਮਰ 'ਚ ਫਾਂਸੀ ਹੋ ਗਈ। 300 ਏਕੜ ਤੋਂ ਵੱਧ ਜ਼ਮੀਨ ਦੇ ਮਾਲਕ ਸੀ ਕਰਤਾਰ ਸਿੰਘ ਸਰਾਭਾ। ਜੇ ਉਹ ਕਹਿ ਦਿੰਦੇ ਆਪਾਂ ਨੇ ਕੀ ਲੈਣਾ ਹੈ, ਆਪਣੇ ਕੋਲ ਹੈਗੀ ਹੈ ਜ਼ਮੀਨ, ਪਰ ਨਹੀਂ। ਜੇ ਉਹਨਾਂ ਨੇ ਇਹ ਕਹਿ ਦਿੱਤਾ ਹੁੰਦਾ ਆਪਾਂ ਨੇ ਕੀ ਲੈਣਾ, ਫਿਰ ਆਪਾਂ ਇਹ ਅੱਜ ਇਸ ਮਾਹੌਲ 'ਚ ਨਾ ਹੁੰਦੇ। ਸੋ ਸਾਡੇ ਕੋਲ ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਸੁਖਦੇਵ ਹੋਰਾਂ ਦੀਆਂ, ਲਾਲਾ ਲਾਜਪਤ ਰਾਏ ਜੀ ਦੀਆਂ, ਸਾਡੇ ਕੋਲ ਕਿੰਨੀਆਂ ਹੀ ਕਹਾਣੀਆਂ, ਕਿੰਨੇ ਬਲਿਦਾਨ ਦੀਆਂ ਸਾਖੀਆਂ ਪਈਆਂ ਨੇ। ਗੁਰੂ ਨਾਨਕ ਸਾਹਿਬ ਦੀ ਪੈਦਲ ਤੁਰ ਕੇ ਪੂਰੀ ਦੁਨੀਆ ਨੂੰ ਸੱਚ ਦਾ ਹੋਕਾ ਦੇਣ ਦੀਆਂ ਕਿੰਨੀਆਂ ਹੀ ਜ਼ਿਆਦਾ ਉਦਾਹਰਨਾਂ ਪਈਆਂ ਨੇ। ਇਹੀ ਕਾਰਨ ਹੈ ਕਿ ਸਾਡੇ ਕੋਲ, ਜਿਸ ਤਰ੍ਹਾਂ ਕੇ.ਵੀ. ਰਾਓ ਜੀ ਨੇ ਕਿਹਾ ਕਿ ਬਲੈਸਡ ਧਰਤੀ ਹੈ। ਯੂਕਰੇਨ 'ਚ ਜੰਗ ਲੱਗੀ ਹੋਵੇ ਜਾਂ ਤੁਰਕੀ 'ਚ ਭੁਚਾਲ ਆਇਆ ਹੋਵੇ, ਇੰਟਰਨੈਸ਼ਨਲ ਸੰਸਥਾਵਾਂ ਉੱਥੇ ਪਹੁੰਚਣ ਨਾ ਪਹੁੰਚਣ, ਸਾਡਾ ਲੰਗਰ ਪਹਿਲਾਂ ਪਹੁੰਚ ਜਾਂਦਾ ਹੈ, ਕਿਉਂਕਿ ਉਹ 20 ਰੁਪਏ ਦਾ ਸੀਗਾ। ਉਹ 20 ਰੁਪਏ ਦਾ ਲੰਗਰ ਬਹੁਤ ਸਾਲ ਪਹਿਲਾਂ ਲੱਗਿਆ ਸੀ। 20 ਰੁਪਏ ਦਾ ਭੁੱਖੇ ਸਾਧੂਆਂ ਨੂੰ ਗੁਰੂ ਨਾਨਕ ਸਾਹਿਬ ਨੇ ਭੋਜਨ ਛਕਾਇਆ ਸੀ। ਉਹ 20 ਰੁਪਏ ਨਹੀਂ ਮੁੱਕਣੇ। ਆਉਣ ਵਾਲੀਆਂ ਕਈ, ਜਦੋਂ ਤੱਕ ਚੰਦ ਸੂਰਜ ਧਰਤੀ ਰਹੂ, ਉਹ 20 ਰੁਪਏ ਮੁੱਕਣੇ ਨਹੀਂ। ਉਹ ਸਾਡੇ ਕੋਲੇ ਵਿਰਸੇ 'ਚ ਪਏ ਨੇ। ਐਸੀ ਐਫਡੀ ਕਰਾ ਕੇ ਗਏ ਨੇ ਗੁਰੂ ਸਾਹਿਬ ਕਿ ਮੁੱਕਣੀ ਨਹੀਂ ਕਦੇ।
ਸੋ ਸਾਡੇ ਕੋਲ ਕਲਚਰ ਹੈ, ਅਸੀਂ ਹੱਸਣ ਖੇਡਣ ਨੱਚਣ ਟੱਪਣ ਵਾਲੇ ਲੋਕ ਹਾਂ। ਕੋਈ ਵੀ ਵਿਆਹ ਕੋਈ ਸ਼ਾਦੀ ਪੰਜਾਬੀ ਭੰਗੜੇ ਬਿਨਾ ਨਾ ਕੰਪਲੀਟ ਮੰਨੀ ਜਾਂਦੀ ਹੈ, ਨਾ ਪੰਜਾਬੀ ਖਾਣੇ ਬਿਨਾ। ਔਰ ਪੰਜਾਬੀ ਨੇ ਜਿੱਥੇ ਜਾਣਗੇ ਆਪਣਾ ਖਾਣਾ ਤੇ ਗਾਣਾ ਇਹ ਨਾਲ ਲੈ ਕੇ ਜਾਂਦੇ ਆ। ਤੁਸੀਂ ਜਿਹੜੇ ਮਰਜ਼ੀ ਢਾਬੇ ਤੇ ਰੁਕ ਜਾਓ, ਨਾਲੇ ਤਾਂ ਆਲੂ ਦਾ ਪਰੌਂਠਾ, ਨਾਲ ਹੀ ਕੈਸਟਾਂ ਤੇ ਸੀਡੀਆਂ ਦੀ ਦੁਕਾਨ ਹੁੰਦੀ ਹੈ। ਇੱਧਰਲੇ ਪਾਸੇ ਖਾਣਾ ਹੈ, ਇੱਧਰਲੇ ਪਾਸੇ ਗਾਣਾ ਹੈ, ਇਹ ਨਾਲ ਹੀ ਲੈ ਕੇ ਜਾਂਦੇ। ਸੋ ਇਸੇ ਕਰਕੇ ਪੰਜਾਬ ਜਿਹੜਾ ਉਹ ਅਲੱਗ ਹੈ, ਕਿਉਂਕਿ ਭਾਰਤ ਹੈ ਵਾਂਗ ਮੁੰਦਰੀ ਵਿੱਚ ਨਗ ਪੰਜਾਬ ਦਾ। अगर इंडिया, अगर देश हमारा, चलो इंडिया कहता मैं, इतराज होंदा कईयां नूं। भारत, हिंदुस्तान, तो ये साडा जे देश जिहड़ा है, जे नंबर 1 देश बनाउणा है दुनिया च, ਉਹਦੀ ਇੱਕੋ ਇੱਕ ਛੋਟੀ ਜਿਹੀ ਸ਼ਰਤ ਹੈ ਬਸ, ਪੰਜਾਬ ਨੂੰ ਨੰਬਰ 1 ਸੂਬਾ ਬਣਾ ਦਿਓ, ਉਹ ਤੋਂ ਬਾਅਦ ਫਿਰ ਦੇਸ਼ ਨੰਬਰ 1 ਬਣੂਗਾ। ਇੰਡਸਟਰੀ ਪੱਖੋਂ, ਐਜੂਕੇਸ਼ਨ ਪੱਖੋਂ, ਹੈਲਥ ਫੈਸਿਲਿਟੀਜ਼ ਪੱਖੋਂ, ਕਲਚਰ ਪੱਖੋਂ ਕੋਈ ਕਮੀ ਨਹੀਂ। ਅਸੀਂ ਜਦੋਂ ਦੀ ਸਰਕਾਰ ਬਣੀ ਅਸੀਂ ਲੱਗੇ ਹੋਏ ਹਾਂ, ਅਸੀਂ ਹੈਲਥ ਵਾਲੇ ਪਾਸੇ ਕੰਮ ਕਰ ਰਹੇ ਹਾਂ। ਅਸੀਂ ਮੈਡੀਸਿਟੀ ਸਾਡਾ ਬਣ ਰਿਹਾ, ਤਿਆਰ ਹੋ ਰਿਹਾ। ਅਸੀਂ ਮੈਡੀਕਲ ਟੂਰਿਜ਼ਮ ਵੱਲ ਵੀ ਖਾਸ ਤੌਰ 'ਤੇ ਧਿਆਨ ਦੇ ਰਹੇ ਹਾਂ। ਅਸੀਂ ਮੈਡੀਕਲ ਕਾਲਜ ਬਣਾਵਾਂਗੇ, ਬਣ ਰਹੇ ਨੇ ਕਪੂਰਥਲਾ ਤੇ ਹੁਸ਼ਿਆਰਪੁਰ ਸ਼ੁਰੂ ਹੋ ਚੁੱਕੇ ਨੇ। ਇੱਥੇ ਵੀ ਆ ਬਿਲਕੁਲ ਨਾਲ ਹੀ ਗੁਆਂਢ 'ਚ ਪੜੋਸ ਦੇ ਵਿੱਚ ਹੀ ਹੈ ਜਿਹੜਾ ਮੋਹਾਲੀ ਵਾਲਾ ਮੈਡੀਕਲ ਕਾਲਜ। ਇਹ ਸਾਨੂੰ ਆਈਡੀਆ ਕਿੱਥੋਂ ਆਇਆ ਕਿ 23 ਜ਼ਿਲ੍ਹੇ ਨੇ ਯਾਰ, ਲਗਭਗ ਹਰ ਜ਼ਿਲ੍ਹੇ ਨੂੰ ਕੋਈ ਨਾ ਕੋਈ ਮੈਡੀਕਲ ਕਾਲਜ ਟੱਚ ਕਰੇ। ਇਹ ਉਦੋਂ ਆਇਆ ਜਦੋਂ ਮੈਨੂੰ ਯੂਕਰੇਨ 'ਚੋਂ 350 MBBS ਦੇ ਸਟੂਡੈਂਟ ਕੱਢਣੇ ਪੈ ਗਏ ਬਾਹਰ ਉੱਥੋਂ, ਜਦੋਂ ਲੜਾਈ ਲੱਗੀ। ਅਸੀਂ ਕਿਹਾ ਯਾਰ 25 ਸਾਲ ਪਹਿਲਾਂ ਆਜ਼ਾਦ ਹੋਇਆ ਮੁਲਕ ਹੈ, ਉੱਥੇ ਜਾ ਰਹੇ ਆਪਣੇ ਬੱਚੇ MBBS ਕਰਨ। ਕਾਰਨ ਇੱਥੇ 3 ਕਰੋੜ ਲੱਗਦਾ, ਉੱਥੇ 30 ਲੱਖ ਲੱਗਦਾ, ਆਹ ਫਰਕ ਹੈ। ਅਸੀਂ ਕਿਹਾ ਯਾਰ ਕਿਉਂ ਨਹੀਂ ਅਸੀਂ ਐਜੂਕੇਸ਼ਨ MBBS ਲੈਵਲ ਦੀ ਇੱਥੇ ਨਹੀਂ ਦੇ ਪ੍ਰੋਵਾਈਡ ਕਰਾ ਸਕਦੇ, ਅਸੀਂ ਇੱਥੇ ਕਰਵਾਵਾਂਗੇ। ਇੱਥੇ ਸਾਡੇ ਪੜ੍ਹ ਕੇ ਬੱਚੇ MBBS ਕਰਨ। ਫਿਰ UPSC ਦੇ ਅਸੀਂ ਟ੍ਰੇਨਿੰਗ ਸੈਂਟਰ ਖੋਲ ਰਹੇ ਹਾਂ 8, ਔਰ ਫ੍ਰੀ ਐਜੂਕੇਸ਼ਨ, ਫ੍ਰੀ ਟ੍ਰੇਨਿੰਗ ਹੋਊਗੀ ਹਰ ਇੱਕ ਵਾਸਤੇ। ਉੱਥੇ ਹੀ ਹੋਸਟਲ ਹੋਊਗਾ ਰਹਿਣ ਵਾਸਤੇ, ਉੱਥੇ ਹੀ ਲਾਇਬ੍ਰੇਰੀ ਹੋਊਗੀ, ਕਿਉਂਕਿ ਸਿਟਿੰਗ ਬਹੁਤ ਕਰਨੀ ਪੈਂਦੀ ਹੈ UPSC ਕਲੀਅਰ ਕਰਨ ਲਈ। ਸੋ ਸਾਡੇ ਬੱਚੇ ਪੜ੍ਹਨ, IAS IPS ਪੂਰੇ ਦੇਸ਼ ਜਾ ਕੇ ਸੇਵਾ ਕਰਨ, ਕੋਈ ਪ੍ਰੋਬਲਮ ਨਹੀਂ। ਮੈਨੂੰ ਦੱਸਦਿਆਂ ਖੁਸ਼ੀ ਹੋ ਰਹੀ ਹੈ, ਮੈਨੂੰ ਮੂੰਹ ਜ਼ਬਾਨੀ ਯਾਦ ਹੈ ਗੱਲ, ਜਦੋਂ ਤੋਂ ਅਸੀਂ ਇਨਵੈਸਟ ਪੰਜਾਬ सबमिट किया। मैं खुद गया सी, हैदराबाद भी मैं गया, मैं चेन्नई गया, बेंगलोर गया, मुंबई गया, मैं सारिਆਂ ਨੂੰ सद्दा पत्र देन गया कि आओ पंजाब च आओ। तो मैनू दसदियां बड़ी खुशी हो रही है, हुण तक 50,840 करोड़ रुपए का इन्वेस्टमेंट जी इत्थे आ चुकी है। MOU साइन नहीं होए, साडे मैमोरेंडम ऑफ अंडरस्टैंडिंग नहीं है, साडे तो दिल दे साइन होंदे है, साडे तो साइन होके काम चल रहा है। टाटा स्टील लुधियाने दे विच जो इन्वेस्ट कर रहा है, उन्हां दा सैकेंड बिगेस्ट ऑफिस बनूगा आफ्टर जमशेदपुर। हजारां मुंडे कुड़ियां नूं काम मिलूगा। जिंदल स्टील आ रहा है, सनातन टैक्सटाइल आ गई, फ्रैडनबर्ग आ गई, क्लास पहले ही चल रही है कंबाइना च, वर्वियो कंपनी है जो पराली तो ग्रीन एनर्जी बनाती है, जर्मनी की कंपनी, वो आ गए। टैफे आ रहा है, हिंदुस्तान लीवर। तुसी देखो, मैनू हैरानी हुई जो मैं पता लग्या, मैनू किसान कैचअप वो नाभे बनती है, टमाटर नासिक तो आते हैं। मैं कहा जी वो किहड़ी चीज़ है जिहड़ी साडी धरती ते नहीं उग सकती, सानू तुसी वो वैरायटी दस दो, थोड़े 20 किलोमीटर के रेडियस चो सारे टमाटर पैदा करके दिखा देंगे थोनू। बस ये ना इच्छा शक्ति चाहिए है।
पंजाब की धरती पर अज बहुत सारे इंडस्ट्रीलिस्ट आए हैं, पूरे देश से आए हैं। एक बात की मैं आपको गारंटी देता हूं, पंजाब की धरती इतनी फर्टाइल है, इतनी उपजाऊ धरती है, यहां पर कोई भी बीज धरती में बीज दोगे वो उग जाएगा, कोई भी बीज बीज दोगे उग जाएगा, लेकिन यहां नफरत का बीज नहीं उगता। बस यहां की सोशल बॉन्डिंग जो है, भाईचारक सांझ जो है, उस पर AK-47 भी चली, पास्ट में बम भी गिराए गए, लेकिन सोशल बॉन्डिंग नहीं हमारी कोई तोड़ सकता। ये पंजाब है। हमने वैसी कुछ नेताओं ने लकीरें खींच दी, कुछ धर्म के ठेकेदारों ने खींच दी, अदरवाइज देश जो है हमारा वो एक गुलदस्ता है। और गुलदस्ता है ना, वो तभी अच्छा लगता है जब अलग अलग रंग के फूल हों। एक ही रंग के फूलों का गुलदस्ता आप ज्यादा देर देख नहीं सकते। हर फूल की अपनी खुशबू है, हर फूल का अपना रंग है। तो एक बात मैं और कहनी चाहता हूं, जो हमारे टूरिज्म से रिलेटेड यहां पे इन्वेस्ट करेंगे, हम पंजाब के साथ दोस्ती करेंगे, कि यूं तो कोई चीज किसी की अमानत नहीं होती, और अमानत में कभी खयानत नहीं होती। बच के रहना हमारी दोस्ती से, क्योंकि हमारी दोस्ती की कैद में जमानत नहीं होती। मर्जी आपकी है, एक बार दोस्ती हो गई जमानत नहीं मिलेगी भाई साहब। तो मैं इस बात से खुश हूं कि आप लोग इतना एनर्जेटिक माहौल में बैठे हैं, और यहां पे सारे इंडस्ट्रियलिस्ट बैठे हैं। और किसी ने मुझे कहा कि कपिल शर्मा को भी आप इंडस्ट्रियलिस्ट कह रहे हो। कल मैं कुछ बाइट दे रहा था कहीं, मैंने कहा हाँ जी वो इंडस्ट्रियलिस्ट है। कहते नहीं यार वो तो आर्टिस्ट है। मैंने कहा नहीं, कपिल के आने से पहले कॉमेडी इंडस्ट्री नहीं थी, आजकल कॉमेडी भी एक इंडस्ट्री है। और कपिल, सुनील पॉल, एहसान भाई, ये सब लोग, इन्होंने इंडस्ट्री क्रिएट की है नई, और उसको चला रहे हैं सब सक्सेसफुली। तो इंडस्ट्रियलिस्ट है ये। लाफ्टर इज द बेस्ट मेडिसिन। और सबसे ज्यादा बड़ी उद्योग जो है वो आजकल यही है। आजकल तो डॉक्टर भी अपनी प्रिस्क्रिप्शन में लिखते हैं हंसना जरूर है। भूल गए हम हंसना, जो हमको भगवान ने दी थी एक नेमत, वो वापस कर दी हमने। मतलब इतनी लंबी दौड़ों में हम लोग पड़े हुए हैं, पता ही नहीं जाना कहां है। जिधर पड़ोसी भाग रहा है उधर ही चलते जाओ। वो आदमी बहुत दुखी है जिसका पड़ोसी सुखी है, भागते चले जा रहे हैं। क्यों यार, कुछ देश के लिए करो, कुछ समाज के लिए करो। छीनना क्या हो जाएगा? सुकून नहीं मिलता ऐसे। सुकून मिलता है ईमानदारी के पैसे से, सुकून मिलता है दिल से किसी की मदद करने से। उस सुकून की किसी करेंसी में कोई वैल्यू नहीं होती। और हमारे पास पंजाब में इतनी बड़ी बड़ी हमारे गुरुओं ने मानवता के संदेश दिए। नानक नाम चढ़दी कला तेरे पाने सर्वत दा भला। पूरी दुनिया की भलाई हर रोज सुबह शाम करोड़ों स्पीकरों में बोला जाता है, गुरबानी में है। वो लोग हैं हम। मैं एक बात सुनानी चाहता हूं आपको। एक गरीब आदमी था, मजदूर था, मजदूरी करता था, सुबह काम पे जाता था, जो शाम तक को कमाता था वही परिवार को खिलाता था। उसने सोचा यार ये तो फिर ऐसी जिंदगी निकल जाएगी, चलो ऐसा करते हैं अगली पीढ़ी तो कम से कम कुछ कर जाए, उनको तो इतना गरीबी में गुर्बत में ना जीना पड़े। तो उसने कहा मैं थोड़ा पेट काट के गुजारा कर लूंगा,
कम खा लूंगा, बच्चे को पढ़ा लेता हूं। तो थोड़ा बचत करने लगा, बच्चे को पढ़ा लिया अच्छे स्कूल में, बच्चा भी इंटेलिजेंट था, जज बन गया बच्चा। बहुत खुशी हुई इलाके में, मजदूर का बेटा जज बन गया। जिस दिन जज साहब ने अपनी कुर्सी पर, अपने पद पर बैठना था, उस दिन उसका पिता भी चला गया कि मेरा बेटा आज जज बन के पहली बार कुर्सी पे बैठेगा। बधाई देने के लिए वो भी चला गया कचहरी में, कोर्ट में। जज साहब के चैम्बर में पहुंचा और बेटे के कंधे पर हाथ रख के, बेटा बैठा था कुर्सी पर, उसे कंधे पर हाथ रख के बोला, बेटा बहुत बहुत बधाई हो, जज बन गए। अब तुझे मैंने एक बात पूछनी है तुझसे, मुझे ये बता कि इस समय तेरी नजर में दुनिया का सबसे ताकतवर, दुनिया का सबसे खुशकिस्मत और दुनिया का सबसे खुश इंसान कौन हो सकता है तेरी नजर में आज? तो जज साहब ने कहा, पिताजी मैं किसी को भी बरी कर सकता हूं, किसी को भी सजा दे सकता हूं, मैं ताकतवर हूं। बाप ने कहा, एक बार फिर बता दे बेटा, इस समय आपकी नजर में दुनिया का सबसे खुशनसीब, खुश और ताकतवर बंदा कौन हो सकता है? उसने कहा, जी पिताजी मैं। कहता ठीक है बेटा। दिल टूट गया। जाने लगा, डोर के पास खड़े होके पीछे मुंह करके फिर पूछा, बाप का प्यार जागा थोड़ा, कि बेटा बता दे एक बार फिर, इस वक्त दुनिया का सबसे खुशनसीब, खुश और ताकतवर बंदा कौन हो सकता है तेरी नजर में? कहता पिताजी तुम। वो वापस आ गया, कहता यार यही बात मैंने आपसे 15 सेकंड पहले 2 बार पूछी थी, तो आपने अपना नाम लिया था, अब तुम कह रहे हो कि मैं मेरा नाम ले रहे हो। उस जज ने, उस बेटे ने, मजदूर के बेटे ने जवाब दिया, पिताजी जब आपने पहली 2 बार पूछा था ना मुझसे, तब आपका हाथ मेरे कंधे पर था। जिस आप जैसे बाप का हाथ जिसके कंधे पर हो, उससे ज्यादा खुशनसीब, उससे ज्यादा खुश और ताकतवर कौन हो सकता है? और जब आपने तीसरी बार डोर के पास जाके पूछा, उस समय आपका हाथ मेरे कंधे पर नहीं था। ताकतवर तो तुम ही हो, बस मेरे कंधे पर हाथ है आपका बस। तो हमारे पास ऐसे गुरु हैं, ऐसी गुरबानी है कि कंधे पर हाथ है पंजाबियों के, उन गुरुओं की बानी का और उन शहीदों के बलिदानों का। इसीलिए सबसे खुश, सबसे खुशकिस्मत और सबसे ताकतवर पंजाब ही होगा, पंजाब ही करना। मैं आंकड़ों में नहीं पढ़ना चाहता कि हमारे पास क्या है, कितने बिलियन डॉलर, कितने लाख सैलानी। मैं तो सीधा बोलने वाला हूं कि भाई यहां आएंगे, मक्की की रोटी सरसों का साग का सीजन तो शुरू होने वाला है, बस अक्टूबर में हो जाता है। वही साग तड़का लग लग के 12 फरवरी तक चलता है, और जितना तड़का लगता जाएगा साग अच्छा होता जाएगा। हर फेस्टिवल सीजन हमारा, फेस्टिवल तो हमारा हर रोज कोई ना कोई फेस्टिवल होता है। अभी तीयां, गिद्दा तीयां, तीज दियां बोल देने उन्होंने, वो होके हटिया। अगे दिवालियां, दशहरे, होले मुहल्ले, विसाखियां, लोहड़ियां वो आ रही हैं। असी ਅੰਮ੍ਰਿਤਸਰ ਸਾਹਿਬ ਦੇ ਵਿੱਚ ਇੱਕ ਨਵਾਂ ਪ੍ਰੋਜੈਕਟ ਲੈ ਕੇ ਆ ਰਹੇ ਹਾਂ, ਸੈਲੀਬ੍ਰੇਸ਼ਨ ਪੁਆਇੰਟ। ਉਹਦੇ 'ਚ ਕੀ ਕਰਾਂਗੇ, ਅਸੀਂ 50 ਜਾਂ 100 ਏਕੜ ਦੇ ਨੇੜੇ ਤੇੜੇ ਜ਼ਮੀਨ ਲੈ ਕੇ, ਥੋੜਾ ਬਾਹਰ ਸ਼ਹਿਰ ਤੋਂ, ਉੱਥੇ ਮੈਰਿਜ ਪੈਲੇਸ, ਉੱਥੇ ਖੁਸ਼ੀ ਮਨਾਉਣ ਲਈ ਬੈਂਕੁਏਟ ਹਾਲ, ਤੇ ਨਾਲ ਹੀ ਉੱਥੇ ਰਹਿائش ਦਾ ਪ੍ਰਬੰਧ ਹੋਊਗਾ। 25,000 ਰੁਪਏ ਤੋਂ ਲੈ ਕੇ 10 ਲੱਖ ਰੁਪਏ ਤੱਕ ਦੇ ਜਿਹੜੇ ਬੈਂਕੁਏਟ ਹਾਲ ਨੇ। ਤੁਸੀਂ ਚਾਹੁੰਦੇ ਹੋ ਆਪਣੇ ਬੇਟੇ ਦੀ ਸ਼ਾਦੀ, ਆਪਣੀ ਬੇਟੀ ਦੀ ਸ਼ਾਦੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਹੋਵੇ, ਤੇ ਉਸੇ ਦਿਨ ਹੀ ਅਸੀਂ ਮੱਥਾ ਟੇਕ ਕੇ ਆਈਏ, ਤਾਂ ਤੁਹਾਡੇ ਕਾਨੂੰਨ ਮੁਤਾਬਕ ਉੱਥੇ ਤੁਹਾਨੂੰ ਜਿਹੜੀ ਹੈ ਬੈਂਕੁਏਟ ਹਾਲ ਮਿਲੂਗਾ, ਨਾਲ 3 ਸਟਾਰ 4 ਸਟਾਰ ਹੋਟਲ ਵੀ ਹੋਊਗਾ। ਕੋਈ ਚਾਹੁੰਦਾ ਮੈਂ ਨਵਾਂ ਸਾਲ ਉੱਥੇ ਮਨਾਵਾਂ, ਕੋਈ ਚਾਹੁੰਦਾ ਮੈਂ ਦੀਵਾਲੀ ਮਨਾਵਾਂ, ਕੋਈ ਕਹਿੰਦਾ ਮੈਂ ਪੰਜਾਮੀ ਆਪਣੇ बर्थडे मनावा, कोई कहता बच्चे का बर्थडे मनावा। सैलीब्रेशन पॉइंट होगा कि कोई भी खुशी मनानी है, तुसी अपने दोस्ताना मित्रां नाल, वो तुहानूं इक्को जगह ते एक ऐसी हो मिल जूगी फैसिलिटी कि तुसी अपनी इकोनॉमी मुताबिक जिवें मर्जी कर सकते हो। ये पंजाब दा पहला होगा ये सैलीब्रेशन पॉइंट, कि जिहदे विच, क्योंकि साडी पंजाबियां नूं सैलीब्रेट करन तो कोई रोक ही नहीं सकता। अज तो थोड़ी जी जगह मिल जाए, 7:30 वाली खबरों पर भी नच लें। सो सानू
ਖੁਸ਼ੀਆਂ ਮਨਾਉਣੀਆਂ ਬਹੁਤ ਆਉਂਦੀਆਂ, ਪਰ ਕਈ ਵਾਰੀ ਜਗ੍ਹਾ ਨਹੀਂ ਹੁੰਦੀ ਸਾਡੇ ਕੋਲੇ। ਉਹ ਪੁਆਇੰਟ ਵੀ ਮਿਲਣਗੇ ਤੁਹਾਨੂੰ। ਔਰ ਇਕੋ ਟੂਰਿਜ਼ਮ ਤੇ ਜ਼ੋਰ ਦੇ ਰਹੇ ਹਾਂ। ਵੈਲਨੈਸ ਸੈਂਟਰ, ਆ ਜਿਹੜਾ ਏਰੀਆ ਨਾ ਪੰਜਾਬ ਦਾ, ਇਹ ਏਰੀਆ ਜਿਹੜਾ ਇੱਥੋਂ ਸ਼ੁਰੂ ਹੋ ਜਾਂਦਾ ਮੋਹਾਲੀ ਤੋਂ, ਇਹ ਨਾਲ ਨਾਲ ਹਿਮਾਚਲ ਦੀ ਸਰਹੱਦ ਦੇ ਨਾਲ ਜਾਂਦਾ ਰਣਜੀਤ ਸਾਗਰ ਡੈਮ ਤੱਕ। ਰਣਜੀਤ ਸਾਗਰ ਡੈਮ, ਉਹਦੇ ਨਾਲ 10 ਕਿਲੋਮੀਟਰ ਇੱਕ ਚਮਰੋੜ ਜਗ੍ਹਾ, ਚਮਰੋੜ ਇੱਕ ਪਾਸੇ ਜੰਮੂ ਕਸ਼ਮੀਰ ਦੀ ਪਹਾੜੀ ਹੈ, ਇੱਧਰ ਹਿਮਾਚਲ ਦੀ ਪਹਾੜੀ ਹੈ, ਇੱਧਰ ਪੰਜਾਬ ਵਾਲੀ ਪਹਾੜੀ ਹੈ। ਔਰ 57 ਕਿਲੋਮੀਟਰ ਦੇ ਰੇਡੀਅਸ ਦੀ ਲੇਕ ਹੈ। ਇਸ ਤੋਂ ਵੱਧ ਬਲੂ ਵਾਟਰ ਦੇਸ਼ ਦੇ ਵਿੱਚ ਕਿਤੇ ਨਹੀਂ ਮਿਲ ਸਕਦਾ। ਤੁਸੀਂ ਜਾ ਕੇ ਆਇਓ ਕਦੇ। ਚਮਰੋੜ ਲੈ ਕੇ ਜਾਣਾ ਮੈਡਮ, ਜਿੰਨੇ ਵੀ ਕੋਈ ਚਾਹੁੰਦੇ ਆ। ਹੋਟਲ ਉਸ ਧਰਮਸ਼ਾਲਾ ਤੇ ਡਲਹੌਜ਼ੀ ਦੇ ਵਿਚਾਲੇ ਹੈ। ਕਿਸੇ ਨੇ ਧਰਮਸ਼ਾਲਾ ਜਾਣਾ ਜਾਂ ਡਲਹੌਜ਼ੀ ਜਾਣਾ, ਉੱਥੇ ਰੁਕਣਾ ਬਣਦਾ। ਬਹੁਤ ਕਮਾਲ ਦੀ ਜਗ੍ਹਾ ਹੈ, ਕੁਦਰਤ ਨੇ ਦਿੱਤੀ ਹੈ। ਪਾਪੂਲਰ ਦੇ ਇੱਕ ਪਾਸੇ ਪਾਪੂਲਰ ਦੇ ਦਰਖਤ ਨੇ, ਇੱਕ ਪਾਸੇ ਸ਼ਿਵਾਲਿਕ ਦੀਆਂ ਪਹਾੜੀਆਂ ਨੇ। ਕਿਆ ਨਜ਼ਾਰਾ ਬਣਦਾ ਹੈ। ਸੋ ਰਾਓ ਸਾਹਿਬ ਆਏ ਹੈ। ਅਸੀਂ ਇੱਥੇ ਮਿਨਿਸਟਰ ਵੀ ਆਪਣੇ ਅਮਨ ਅਰੋੜਾ ਜੀ ਬੈਠੇ ਹੈ। ਇਹ ਤੁਹਾਡੇ ਸਟੂਡੀਓ ਦੇ ਵਿੱਚ ਅਸੀਂ ਭੇਜੇ ਸੀਗੇ ਦੇਖਣ ਵਾਸਤੇ ਕਿ ਦੇਖ ਕੇ ਆਓ, ਤੇ ਆਪਾਂ ਉਸ ਤਰ੍ਹਾਂ ਦਾ ਜਿਹੜਾ ਪ੍ਰੋਜੈਕਟ ਹੈ ਪੰਜਾਬ 'ਚ ਕਰਾਂਗੇ। ਅਸੀਂ ਪੰਜਾਬ ਦੇ ਵਿੱਚ ਫਿਲਮ ਸਿਟੀ ਜਿਹੜੀ ਉਹ ਤਿਆਰ ਕਰ ਰਹੇ ਹਾਂ। ਤੁਹਾਡੇ ਵਰਗੇ ਐਕਸਪੀਰੀਅੰਸ ਦੀ ਸਾਨੂੰ ਜ਼ਰੂਰਤ ਹੋਊਗੀ। ਸਾਡੇ ਕਪਿਲ ਭਾਜੀ ਬੈਠੇ ਹੈ, ਸੁਨੀਲ ਜੀ ਬੈਠੇ, ਅਹਿਸਾਨ ਕੁਰੈਸ਼ੀ ਬੈਠੇ ਹੈ, ਕਿਉਂਕਿ ਇੰਡਸਟਰੀ ਨੂੰ ਬਿਲੋਂਗ ਕਰਦੇ ਆ, ਬਾਲੀਵੁੱਡ ਇੰਡਸਟਰੀ ਨੂੰ ਬਿਲੋਂਗ ਕਰਦੇ ਆ, ਔਰ ਬਿਲੋਂਗ ਨਹੀਂ ਕਰਦੇ, ਲੀਡ ਕਰਦੇ ਆ। ਸੋ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ, ਤੁਸੀਂ ਆਪਣੇ ਕੁਲੀਗ ਨੂੰ, ਤੁਸੀਂ ਦੇਖੋ ਕਪਿਲ ਭਾਜੀ ਜਿਹੜੇ ਨਾ, ਇਹ ਬੰਬੇ 'ਚ ਆਪਣੇ ਛੱਡੇ ਹੋਏ ਬੰਦੇ ਨੇ। ਇਹ ਇਕੱਠੇ ਕਰ ਲਿਆਉਂਦੇ ਆ ਇਹ, ਵੀ ਇੱਧਰ ਆਓ, ਇੱਧਰ ਆਓ, ਇੱਧਰ ਆਓ, ਠੀਕ ਹੈ ਨਾ। ਸੋ ਕਿਉਂਕਿ ਇਹਨਾਂ ਕੋਲੇ ਸਾਰੇ ਆਉਂਦੇ ਆ, ਇਹ ਕਹਿ ਦਿੰਦੇ ਉੱਥੇ ਬਸ ਵੀ ਪੰਜਾਬ 'ਚ ਆ ਜਾਓ, ਸ਼ੂਟਿੰਗ ਕਰਨੀ ਹੈ ਪੰਜਾਬ 'ਚ ਕਰੋ ਸ਼ੂਟਿੰਗ। ਨਾਟ ਓਨਲੀ ਸ਼ੂਟਿੰਗ, ਪੋਸਟ ਪ੍ਰੋਡਕਸ਼ਨ ਵੀ ਇੱਥੇ ਹੋਵੇ, ਫਿਲਮ ਰਿਲੀਜ਼ ਹੀ ਇੱਥੋਂ ਹੋਵੇ। ਜਿਸ ਦਿਨ ਪਹਿਲਾ ਸ਼ਾਟ ਉਹਦਾ ਹੋਵੇ, ਪਹਿਲਾ ਜਿਹੜਾ ਮਹੂਰਤ ਸ਼ਾਟ, ਉੱਥੋਂ ਲੈ ਕੇ ਰਿਲੀਜ਼ਿੰਗ ਤੱਕ ਇੱਥੋਂ ਤੁਹਾਨੂੰ, ਸਾਡੇ ਕੋਲੇ ਬਹੁਤ ਸੋਹਣੀ ਲੈਂਡ, 50, 100, 500 ਏਕੜ ਜਿੰਨਾ ਤੁਹਾਨੂੰ ਚਾਹੀਦਾ ਹੋਊਗਾ। ਅਸੀਂ ਉੱਥੇ बड़े बड़े प्रोड्यूसर्स, दर्शन बग्गा जी ने भी बुलाया, होर बहुत सारे मेरे दोस्त मित्र बैठे ने, मैं जानदा प्रोड्यूसर ने। तो वो आओ, तुहानूं इत्थे काम भी मिलूगा। सब तो वधिया गल जिहड़ी है, ऐसे ऐसे कमाल दे को आर्टिस्ट मिलणगे कि जिहड़ा मेन आर्टिस्ट है वो भी कई बारी जिहड़ा सोचण लग जांदा, यार इहो जिहा कुछ इत्थे ही पिया जी। को आर्टिस्ट साडे कोले, और किन्नी हॉस्पिटैलिटी असीं देवांगे। साडे जिहड़े जिवें सत्ती जी काफ़ी देर बाद अज स्टेज ते मैनूं देखने का मौका मिले। इन्होंने जाके उत्थे कैनेडा दे विच वकालत की डिग्री लई, ते अजकल ये टोरंटो दे विच वकील ने। सो सानू थोड़ा जिहा मौका मिलना चाहिए। अगे तो असीं आप ही जगह बना लें, फिर वो तो साडे च कला हैगी है। वो तो मैं भी एक बार जो मैं पहला जो CD दे विच किते कीता सीगा कि पंजाबी इन्ने ज़्यादा हार्ड वर्किंग ने कि जिस वेले नील एमस्ट्रंग पहली बार अमरीका का जिहड़ा साइंटिस्ट सी चंद ते गया, झंडा लहराया, तो उन्हें सोचा कि थोड़ा घूमे आने। अगले मोड़ ते गया तो एक पंजाबी शेरे पंजाब ढाबा खोली बैठा सी। वो कहंदा, यार मैं सोच रहा सी दुनिया का पहला बंदा मैं हाँ कि जिन्हें चंद ते पैर धरिया, तो तू इधर किधर? वो कहंदा, पुछना भरावा, कपूरथले दे एक ट्रैवल एजेंट नाल कनेडा ले जाण दी 25 लाख च गल होई सी। आ पता नहीं कित्थे ला गया यार, असीं तो बहुत चिर पहलां दे पहुंचे होए हैं जी। ये भी हो सकदा कि वो इस वक्त चंद्रयान चढ़े फिरदे होण, भी कोई समान भेजा देश वालों अपने मुल्क चों आया। असीं तां इन्ने एडवांस असीं इस मामले च। कोई बार्डर जिहड़ा है, चाहे वो इकोनमी का बार्डर है, चाहे वो कल्चर का है, चाहे लैंगुएज का है, पंजाबी जिहड़े उन्हां बार्डरां नूं क्रॉस कर लेंदे है। साडे आर्टिस्टां ने लैंगुएज बार्डर क्रॉस कीते हुए है। एडे एडे कमाल के कलाकार, राइटर साडे कोले अज भी इत्थे मौजूद ने, ते इंडस्ट्रीलिस्ट खास तौर पर मैं तुहानूं बेनती करदा, होटल इंडस्ट्री च आउणा है,
ਵਾਟਰ ਟੂਰਿਜ਼ਮ 'ਚ ਆਉਣਾ ਹੈ। ਤੁਸੀਂ ਜੋ ਤੁਸੀਂ ਕਹੋਗੇ, ਸਾਡੀ ਪਾਲਿਸੀ ਇੰਨੀ ਫਲੈਕਸੀਬਲ ਹੈ। ਕਈ ਵਾਰੀ ਕੀ ਹੁੰਦਾ ਨਾ, ਕੋਈ ਚੀਜ਼ ਨੂੰ ਵਰਤ ਕੇ ਇਸਤੇਮਾਲ ਕਰਕੇ ਬਾਅਦ 'ਚ ਪਤਾ ਲੱਗਦਾ ਹੈ ਕਿ ਇਹ 'ਚ ਕੀ ਕਮੀਆਂ ਨੇ। ਜੇ ਤੁਹਾਨੂੰ ਕੋਈ ਕਮੀ ਲੱਗੂਗੀ ਸਾਡੀ ਟੂਰਿਜ਼ਮ ਪਾਲਿਸੀ 'ਚ ਤਾਂ ਤੁਸੀਂ ਸੁਝਾਅ ਦਿਓ, ਅਸੀਂ ਉਸ ਹਿਸਾਬ ਨਾਲ ਆਪਣਾ ਜਿਹੜਾ ਟੂਰਿਜ਼ਮ ਦਾ ਪਾਲਿਸੀ ਆ ਉਹ ਤੁਹਾਡੇ ਅਕੋਰਡਿੰਗਲੀ ਕਰ ਲਾਂਗੇ। ਸਾਡੇ ਨਾਲ ਸਾਡੇ ਸਚਦੇਵਾ ਸਾਹਿਬ ਬੈਠੇ ਨੇ, ਇਹ ਸਾਡੇ ਨਾਲ ਪਹਿਲੇ ਦਿਨੋਂ ਇਨਵੈਸਟ ਪੰਜਾਬ 'ਚ ਪਹਿਲੇ ਦਿਨੋਂ ਕੰਮ ਕਰ ਰਹੇ ਆ। ਸੋ ਮੈਂ ਤਾਂ ਇਹੀ ਕਹਿਣਾ, ਅੱਛਾ ਇਦੋਂ ਪਹਿਲਾਂ ਪਤਾ ਕੀ ਹੁੰਦਾ ਸੀ, ਦੇਖੋ ਸਿੰਗਲ ਵਿੰਡੋ ਤਾਂ ਹੁੰਦੀ ਸੀ ਪਹਿਲਾਂ ਵੀ, ਪਰ ਹਰੇਕ ਅਫਸਰ ਦੀ ਆਪਣੀ ਆਪਣੀ ਵਿੰਡੋ ਹੁੰਦੀ ਸੀ। ਅਸੀਂ ਕਿਹਾ ਵੀ ਇਹ ਤਾਂ ਨਹੀਂ ਚੱਲੂਗਾ। ਸੋ ਮੈਂ ਕਿੱਥੋਂ ਪਤਾ ਲੱਗਿਆ, ਮੇਰੇ ਕੋਲ ਇੱਕ इंडस्ट्री वाले आए, कपिल एक इंडस्ट्रियलिस्ट थे, वो कहते जी पंजाब में इंडस्ट्री लगानी है, इतने 100 करोड़ में इन्वेस्ट करूंगा और इतने लोगों को काम मिलेगा। मैंने कहा बहुत अच्छी बात है, बस सरकार की तरफ से सपोर्ट चाहिए। मैंने कहा जी बिल्कुल सपोर्ट देंगे आपको। फिर उसने कहा सर पहले मैं 2 बार आया था, एक बार बादल साहब थे, एक बार कैप्टन साहब थे, मैं पहले से भी सोच रहा हूँ यहाँ इन्वेस्ट करने के लिए, बस सरकार की तरफ से सपोर्ट चाहिए। मैंने कहा मिलेगी, बिल्कुल मिलेगी। फिर बातों में चाय आ गई, चाय पीने से पहले फिर सर पहले सपोर्ट मिली नहीं, अगर सरकार की सपोर्ट मिल जाए कमाल हो जाएगा। मैंने सोचा यार सरकार की सपोर्ट पर बहुत जोर दे रहा है। मैंने कहा ज़्यादा से ज़्यादा क्या मांगेगा, क्या बिजली सस्ती दे दो, मुझे ज़मीन सस्ती खरीद के दे दो, इससे और क्या सपोर्ट मांगेगा। मैंने कहा जी व्हाट काइंड ऑफ सपोर्ट यू नीड, कौन कैसी सपोर्ट चाहिए आपको सरकार की तरफ से। कहना जी बस तंग मत करना। मैं कहा यार इंडस्ट्रियलिस्ट गवर्नमेंट के पास आके कह रहा है जी ये सपोर्ट चाहिए कि हमें तंग मत करना। हमने कहा जी वो वाला जमाना चला गया जो हिस्से मांगते थे, जो प्रॉफिट में से हिस्से मांगते थे। पहले इंडस्ट्रियलिस्ट आते थे, एक परिवार के साथ MOU साइन करते थे। अब इंडस्ट्रियलिस्ट आते हैं, 3.5 करोड़ पंजाबियों के साथ MOU साइन होता है।